32nd है न्यूमेरिकल, टू opposite corner of a sphere carry q coulomb charge each and the other two opposite corner of the same sphere carry q coulomb charge। यानी दो कॉर्नर ते पुत ओपोजिट कॉर्नर ते जेड़ा चार्ज आ वो कैपिटल क्यू गिवन आ और दो कॉर्नर ते जेड़े ने बाकी दे पेंडिंग उन्हां ते स्मॉल क्यू चार्ज गिवन आ। If resultant force on small q charge is 0 then how are q and q is related। मतलब ये है कि तुसी स्मॉल और कैपिटल q ਨੂੰ रिलेट करना कि कैपिटल q स्मॉल q ਦਾ या स्मॉल q कैपिटल q ਦੀ कितनी वैल्यू और गिवन ਕੀ ਹੈਗਾ ਇੱਕ स्फीयर गिवन ਆ। ਇਹ ਜੇ न्यूमेरिकल ਨੂੰ फिगर वाइज लेके चलो ਤੇ ਆਪਣੇ ਕੋਲ ਬੱਚੇ ਕੋਨੇ ਆ ਗਿਆ ਕਿ ਵੀ ਐਸਾ ਇੱਕ स्फीयर गिवन ਆ इसमें ਜਿਹੜੇ 4 वर्टेक्स ने ਇਹਨਾਂ ਤੇ 4 ਆਪਣੇ ਕੋਲ ਚਾਰजेस ਪਏ ਨੇ ਠੀਕ ਹੈ। A और C ਦੇ ਉੱਤੇ ਆਪਾਂ ਮੰਨ ਲਓ ਡਿਫਾਈਨ ਕਰ ਦਿੰਦੇ ਹਾਂ ਕੈਪੀਟਲ Q ਚਾਰਜ ਹੈਗਾ, B और D ਦੇ ਉੱਤੇ ਮੇਰੇ ਕੋਲ ਜਿਹੜਾ ਸਮਾਲ q ਚਾਰਜ ਗਿਵਨ ਹੈ। ਇਹਨਾਂ ਕਲੀਅਰ ਆ? यस सर। ਹੁਣ ਉਹਨੇ ਕੁਐਸਚਨ ਆਪਾਂ ਨੇ ਕਿਹਾ ਵਾ ਕਿ ਵੀ ਰਿਜ਼ਲਟੈਂਟ ਫੋਰਸ ਔਨ Q ਸਮਾਲ q ਜਿਹੜਾ ਸਮਾਲ q ਚਾਰਜ ਇੱਥੇ ਜਾਂ ਇੱਥੇ ਹੈਗਾ ਕੋਈ ਇੱਕ ਲੈ ਕੇ ਉਹਦੇ ਤੇ ਰਿਜ਼ਲਟੈਂਟ ਫੋਰਸ ਮੰਨ ਲਓ ਇਹਦੇ ਉੱਤੇ ਮੈਂ ਰਿਜ਼ਲਟੈਂਟ ਫੋਰਸ ਕੱਢਣੀ ਹੈ ਤੇ ਬੱਚੇ ਜਿਹੜੇ ਚਾਰਜ ਤੇ ਰਿਜ਼ਲਟੈਂਟ ਫੋਰਸ ਕੱਢਣੀ ਆਪਾਂ ਉਹ ਮੇਰਾ ਬਣ ਜਾਣਾ ਟੈਸਟ ਚਾਰਜ। ਉਹ ਮੇਰਾ ਟੈਸਟ ਚਾਰਜ ਹੋ ਗਿਆ ਕਿਉਂਕਿ ਉਹਦੇ ਉੱਤੇ ਫੋਰਸ ਲੱਗਦੀ ਪਈ ਹੈ। ਇਹਦਾ ਮਤਲਬ ਉਹਨੂੰ ਛੱਡ ਕੇ ਬਾਕੀ ਜਿੰਨੇ ਵੀ ਸਿਸਟਮ ਦੇ ਚਾਰजेस ਨੇ ਦੇ ਆਲ ਬਿਕਮ ਟੂ ਬੀ ਦਾ ਸੋਰਸ ਚਾਰजेस। ਯੈਸ ਸਰ। ਇਹਦਾ ਮਤਲਬ ਜੇ D ਚਾਰਜ ਨੂੰ ਅਸੀਂ ਟੈਸਟ ਚਾਰਜ ਮੰਨਦੇ ਤੇ ਤੁਸੀਂ A ਦੀ B ਦੀ C ਦੀ ਇਹਨਾਂ ਸਾਰਿਆਂ ਦੀ ਫੋਰਸ ਕੱਢ ਦੋ ਇਹਦੇ ਤੇ। ਹੁਣ ਇਹਨਾਂ ਦੇ ਸਾਈਡਸ ਨਹੀਂ ਦਿੱਤੀਆਂ ਹੋਈਆਂ, ਸਾਈਡ ਆਪਣੇ ਕੋਲੋਂ ਕੁਝ ਵੀ ਡਿਫਾਈਨ ਕਰ ਲਓ ਸਕੁਅਰ ਆ, ਸਾਰੀਆਂ ਸਾਈਡਸ ਇਕੁਅਲ ਰਹਿਣੀਆਂ ਠੀਕ ਹੈ। A ਵਾਲੇ ਚਾਰਜ ਨੇ ਇਸ D ਵਾਲੇ ਚਾਰਜ ਨੂੰ ਕੀ ਕਰਨਾ रिपेल अट्रैक्ट की करूंगा रिपेल करेगा क्योंकि ऐसे सारे चार्जेस दे विचों कोई भी चार्ज उन्हें नेगेटिव नहीं किया बेटा, इस वाले सारे पॉजिटिव ने ठीक है। सो ए चार्ज ने डी चार्ज को रिपेल कीता, फोर्सेस को नाम तुसी देने आ, ਆਪਾਂ इस फोर्स का नाम एफ ए रख देने, फोर्स अप्लाइड बाय ए, और कुछ नाम लिखना F1 F2 जो मर्जी भी कह दो। B जेड़ा चार्ज आ Q कूलम ए भी इस चार्ज को रिपेल करूं और ਇਹਨੇ ਜਿਹੜੀ ਫੋਰਸ ਲਗਾਈ ਉਹ ਆ ਲਾਈਨ ਦੇ ਅਲੋਂਗ ਯਾਨੀ ਡਾਇਗੋਨਲ ਦੇ ਅਲੋਂਗ ਲਗਾਏਗਾ। ਇਸ ਫੋਰਸ ਦਾ ਨਾਮ FB ਰੱਖ ਦਿੰਦੇ। ਜਿਹੜਾ C ਚਾਰਜ ਹੈਗਾ ਉਹਨੇ ਵੀ ਇਸ ਚਾਰਜ ਤੇ ਰਿਪਲਸਿਵ ਫੋਰਸ ਲਗਾਈ, ਇਸ ਸਾਈਡ ਨੂੰ ਫੋਰਸ ਲੱਗੀ, ਇਹਦਾ ਨਾਮ FC ਰੱਖ ਦਿਓ। क्या ਇੰਨੀ ਗੱਲ ਕਲੀਅਰ? ਯੈਸ ਸਰ। सर आप बी ते भी प्रोसीजर कर सकते ना पूरा? ਦੁਬਾਰਾ ਬੋਲੋ। पॉइंट बी ते भी ਆਪਾਂ ਸਾਰਾ प्रोसीजर कर सकते हैं। ਇੱਥੇ ਕਰ ਦੋ ਦੋਨਾਂ ਚੋਂ ਇੱਕ ਨੇ ਟੈਸਟ ਚਾਰਜ ਬਣਨਾ ਠੀਕ ਹੈ ਨਾ। ਆਪਾਂ D ਨੂੰ ਮੰਨ ਲਿਆ, ਤੁਸੀਂ ਭਾਵੇਂ B ਨੂੰ ਕਹਿ ਦਿਓ ਠੀਕ ਹੈ। ਹੁਣ ਇਸ ਚਾਰਜ ਦੇ ਉੱਤੇ ਜਿਹੜੀ ਰਿਜ਼ਲਟੈਂਟ ਫੋਰਸ ਆ ਉਹ 0 ਆ ਬੇਟਾ। ਹੁਣ ਐਸ ਸੱਚ ਜੇ ਮੈਂ ਇਸ ਚਾਰਜ ਤੇ ਰਿਜ਼ਲਟੈਂਟ ਕੱਢਣੀ ਆ, ਸਮਝੋ ਇੱਕ ਵਾਰੀ ਆ ਸਟੈਪ ਤੁਹਾਡੇ ਸਮਝਣ ਵਾਲਾ। ਜੇ ਮੈਂ ਇੱਥੇ ਰਿਜ਼ਲਟੈਂਟ ਫੋਰਸ ਕੱਢਣੀ ਆ, ਇਸ ਚਾਰਜ ਤੇ ਤਿੰਨ ਫੋਰਸਸ ਲੱਗੀਆਂ ਤੇ ਜੇ ਇਸ ਦੇ ਉੱਤੇ ਰਿਜ਼ਲਟੈਂਟ ਫੋਰਸ 0 ਆ ਤੇ ਆਪਾਂ ਪਹਿਲਾਂ ਕੈਲਕੂਲੇਟ ਕਰੀਏ ਰਿਜ਼ਲਟੈਂਟ ਬਣਨੀ ਕਿੰਨੀ ਆ, ਫਿਰ ਉਹਨੂੰ 0 ਨਾਲ ਇਕੁਏਟ ਕਰ ਦਾਂਗੇ। ਹੁਣ ਇੱਥੇ ਜੇ ਮੈਂ ਲੈ ਕੇ ਚੱਲਾਂ FA ਠੀਕ ਹੈ, FA ਤੇ FC ਇਹ ਪਰਪੈਂਡੀਕੂਲਰ ਹੈ ਇੱਕ ਦੂਜੇ ਦੇ, ਇਹ ਦੋਨੋਂ ਦੇ ਦੋਨੋਂ ਇੱਕ ਦੂਜੇ ਨਾਲ ਇੱਥੇ ਟੇਲ ਟੂ ਟੇਲ ਜੁੜੀਆਂ ਤੇ ਜੇ ਦੋ ਵੈਕਟਰ ਟੇਲ ਟੂ ਟੇਲ ਜੁੜਦੇ ਆ ਇਹਨਾਂ ਦੋ ਦਾ ਰਿਜ਼ਲਟੈਂਟ ਕੱਢਣਾ ਹੋਵੇ ਤੇ ਪੈਰਲੋਗ੍ਰਾਮ ਲਾਅ ਲੱਗ ਸਕਦਾ? ਯੈਸ ਯੈਸ ਡਾਇਗੋਨਲ ਦੇ ਅਲੋਂਗ ਇਹਨਾਂ ਦੋ ਦੀ ਰਿਜ਼ਲਟੈਂਟ ਫੋਰਸ ਆ ਜੂ। ਯਾਨੀ ਜੇ ਮੈਨੂੰ ਇਹ ਤਾਂ ਕਹਿਣਾ ਕਿ ਵੀ ਇੱਥੇ ਇੱਕ ਪੈਰਲੋਗ੍ਰਾਮ ਕੰਪਲੀਟ ਕਰ ਦਈਏ ਠੀਕ ਹੈ ਤੇ ਪੈਰਲੋਗ੍ਰਾਮ ਦੇ ਡਾਇਗੋਨਲ ਦੇ ਅਲੋਂਗ ਮੇਰੀ ਫੋਰਸ F ਡੈਸ਼ ਆ ਜਾਏ, ਨਾਮ ਜੋ ਮਰਜ਼ੀ ਰੱਖੀ ਚਲੋ ਠੀਕ ਹੈ, ਵੇਰੀਏਬਲ ਤੁਹਾਡੀ ਮਰਜ਼ੀ ਦੇ ਆ। FC ਤੇ FA ਦੀ ਰਿਜ਼ਲਟੈਂਟ ਫੋਰਸ ਦਾ ਨਾਮ F ਡੈਸ਼ ਰੱਖਿਆ। ਹੁਣ F ਡੈਸ਼ ਜਿਹੜੀ ਆ ਗਈ ਫੋਰਸ है ना, एक बार समझ लो स्टेप, उस तो बाद पे कंटिन्यू करियो। जेडी FA ते FC ਦੀ ਰਿਜ਼ਲਟੈਂਟ F ਡੈਸ਼ ਆਈ ਤੇ ਜਿਹੜੀ ਹਜੇ ਇੱਕ ਪੈਂਡਿੰਗ FB ਪਈ ਆ, ਇਹ ਦੋਨੋਂ ਦੀਆਂ ਦੋਨੋਂ ਫੋਰਸਸ ਕੀ ਨੇ? सेम डायरेक्शन ਤੇ ਸੇਮ ਡਾਇਰੈਕਸ਼ਨ ਵਾਲੇ ਵੈਕਟਰ ਐਡ ਕਰਦੀ ਨੇ। ਯੈਸ ਸਰ। यस सर। ਇਹਨਾਂ ਦੋਨਾਂ ਦੀ ਜਿਹੜੀ ਰਿਜ਼ਲਟੈਂਟ ਹੋਏਗੀ ਹੈ ਨਾ ਉਹਨੂੰ 0 ਨਾਲ ਮੁੜ ਕੇ ਇਕੁਏਟ ਕਰ ਦਿਓ। ਉਹ ਸੋਲਵ ਕਰਕੇ ਸਮਾਲ q ਤੇ ਕੈਪੀਟਲ Q ਦਾ ਅਸੀਂ ਰਿਲੇਸ਼ਨ ਦੇਣਾ।
जे इन्नी गल समझ लगी तो मैनूं बोलोगे पहले। Yes, sir. Yes, sir. थोड़ा जिहा स्टार्ट करके तुहाडे लई छड्ड देवांगा न्यूमेरिकल कंप्लीट इहनूं तुसीं करना ही। अपने कोल पहलो FA ते FC दा रिजल्ट कढना वा, ठीक है। समझो गल नूं, FA फोर्स जिहड़ी A चार्ज ने लगाई, FC फोर्स जिहड़ी ओ मेरे कोल SH C ते चार्ज ने लगाई। जिन्ना इत्थे चार्ज इस चार्ज दे उत्ते फोर्स लगाएगा, है ना, क्योंकि फोर्स दा फार्मूला की K Q1 Q2 ओवर R स्क्वायर, ठीक है जी। इदां जिन्नी फोर्स C वाले लगाई K Q1 Q2 ओवर R स्क्वायर, ते ਇਹਦਾ मतलब है FA फोर्स ते FC फोर्स आपस इक्वल होणगीਆਂ। Yes, sir. आ लाइन इदा कह रहे हैं, जे मैं FA लिखनी होवे, ठीक है, FA फोर्स आ गई K Q ओवर A स्क्वायर। जे मैं FC लिखनी होवे ते ओदा फार्मूला भी K Q ओवर A स्क्वायर। देयरफॉर FA ते FC आपस की हैगियां ने Equal. इक्वल हैगियां। ਆਪਾਂ ਇਹਨਾਂ ਦੋਨਾਂ ਨੂੰ ਜੇ ਲੈ ਕੇ ਰਿਜ਼ਲਟੈਂਟ ਕੱਢਣਾ ਵਾ, FA ਤੇ FC ਦਾ ਰਿਜ਼ਲਟੈਂਟ ਕਿਹੜੇ ਫਾਰਮੂਲੇ ਨਾਲ ਕੱਢਾਂਗੇ? Parallelogram law. Parallelogram. formula. We know that according to parallelogram law रिजल्टेंट का नाम ਅਸੀਂ F डैश लिखिया वा। F डैश मेरे को आ जाएगा FA स्क्वायर प्लस FC स्क्वायर प्लस 2FA FC into cos थीटा। ਤੇ ਪੁੱਤ ਜਿਹੜੇ ਆ ਦੋ ਵੈਕਟਰ ਨੇ ਇੱਥੇ ਆਪਸ ਐਂਗਲ ਕਿੰਨਾ ਬਣਾਉਂਦੇ ਪਏ? 90. 90। ਤੇ ਇੱਥੇ ਵੀ ਇਹਨਾਂ ਦੋ ਚ 90 ਆ ਗਿਆ, ਯਾਨੀ into cos 90 आ गया। ਤੇ cos 90 ਦੀ ਵੈਲਿਊ 0 Zero. यानी इन्नी टर्म निकल गई। अग्यों FA ते FC इक्वल भी आ, ते जे इक्वल आ ते F डैश दी वैल्यू FA स्क्वायर प्लस FA स्क्वायर आ जाऊ। Yes, sir. यानी ਇਹਦੀ ਵੈਲਿਊ √2 ਟਾਈਮ FA ਆ ਗਈ। FA ਦੀ ਵੈਲਿਊ ਕੱਢੀ ਹੋਈ ਉਹ ਨਾਲ ਭਰ ਦਿੰਨੇ, √2 ਟਾਈਮ K Q ਓਵਰ A ਸਕਿਅਰ। ਇਹ F ਡੈਸ਼ ਦੀ ਵੈਲਿਊ ਆ ਗਈ। yes Yes, sir. Yes, sir. ਹੁਣ ਅੱਗੇ ਆ ਜਾਓ, ਆਪਾਂ ਤੀਜੀ ਫੋਰਸ ਦੀ ਗੱਲ ਕਰਦੇ ਹਾਂ FB। ਉਹਦੀ ਵੈਲਿਊ ਪਹਿਲਾਂ ਇੱਕ ਵਾਰੀ ਬਣਾਈਏ, ਸਮਝ ਲਓ, ਬਾਅਦ ਚ ਨੋਟ ਕਰ ਲਿਓ। FB ਫੋਰਸ ਜਿਹੜੀ B ਔਰ D ਚਾਰਜ ਦੇ ਵਿੱਚ ਲਈ ਹੈ, ਤੇ ਜੇ FB ਤੇ FD ਦੇ ਵਿੱਚ ਵੀ ਇਹਨਾਂ ਦੋ ਦੇ ਵਿੱਚ ਵੀ ਫੋਰਸ ਲਿਖਣੀ ਆ K Q1 Q2 ਓਵਰ ਆ ਵਾਲਾ ਡਿਸਟੈਂਸ, ਤੇ ਇਹ ਪਾਈਥਾਗੋਰਸ ਨਾਲ ਆ ਸਾਈਡ ਮੇਰੀ ਜਿਹੜੀ ਆ ਇਹ A√2 ਆ ਜਾਊ। Yes, sir. Yes, sir. Yes, sir. FA ਕੱਢਿਆ ਜਦੋਂ ਤੁਸੀਂ FA ਜਾਂ FC ਉਦੋਂ ਡਿਸਟੈਂਸ A ਸੀਗਾ, ਤੇ ਜਿਹੜਾ B ਤੋਂ ਇੱਥੇ ਡਿਸਟੈਂਸ ਇਨਵੋਲਵਡ ਆ ਉਹ ਡਾਇਗੋਨਲ ਦੀ ਲੈਂਥ ਆ ਜਾਊ। Yes, sir. Now ਇੱਥੇ FB ਡਿਫਾਈਨ ਕਰ ਲਓ। ਇਹਦੇ ਨਾਲ FB ਦਾ ਫਾਰਮੂਲਾ K Q1 Q2, ਉਹ ਦੋਨੇ ਸਮਾਲ q ਆ, ਇਸ ਲਈ q ਸਕੁਅਰ ਲਿਖ ਦਿੰਦੇ। ਓਵਰ ਮੇਰੇ ਕੋਲ ਆ ਗਿਆ A√2 ਦਾ ਹੋਲ ਸਕੁਅਰ, यानी A√2 ਦਾ ਹੋਲ ਸਕੁਅਰ। ਟਰਮ ਬਣ ਗਈ KQ ਸਕੁਅਰ ਓਵਰ 2A ਸਕੁਅਰ। FB ਕਲੀਅਰ ਆ? Yes, sir. ਹੁਣ ਇਸ ਤੋਂ ਅੱਗੇ ਤੁਹਾਡੇ ਲਈ ਛੱਡ ਰਹੇ ਹਾਂ। ਹੁਣ ਜਿਹੜਾ F ਡੈਸ਼ ਆਇਆ ਤੇ ਜਿਹੜਾ FB ਆ, ਅਸੀਂ ਕਹਿੰਦੇ ਜੀ ਇਹਨਾਂ ਦੋਨਾਂ ਦੀ ਮਿਲਾ ਕੇ ਰਿਜ਼ਲਟੈਂਟ ਫੋਰਸ 0 ਆ। ਇਹਦਾ ਮਤਲਬ ਤੁਸੀਂ ਇਹਨਾਂ ਦੋਨਾਂ ਨੂੰ ਸਮ ਟੋਟਲ ਕਰੋਗੇ ਔਰ ਉਹਨੂੰ 0 ਨਾਲ ਇਕੁਏਟ ਕਰਕੇ ਸਮਾਲ q ਤੇ ਕੈਪੀਟਲ Q ਦਾ ਰਿਲੇਸ਼ਨ ਬਣਾਓਗੇ। हो जाएगा न्यूमेरिकल? yes Yes, sir. sir. Yes, sir. तो न्यारे हो क्या क्लियर है सारे स्टेप्स? 33rd दी स्टेटमेंट है, a water droplet of radius 1 micron in milligon oil drop apparatus is first held stationary। इस वर्ड का मतलब है क्वेश्चन दे अंदर बोलेगा जी एक वाटर ड्रॉपलेट आ जिसका रेडियस हैगा 1 माइक्रोमीटर। 1 माइक्रोन का मतलब है 1 माइक्रोमीटर is held stationary under the influence of electric field of intensity 5.1 into 10 raised to power 4 newton per coulomb। ठीक है, how many excess electron does it carry? उस ड्रॉपलेट ਦੇ ਉੱਤੇ ਕਿੰਨੇ ਐਕਸੈਸ ਇਲੈਕਟ੍ਰੋਨ ਨੇ, ਯਾਨੀ ਨੰਬਰ ਆਫ ਇਲੈਕਟ੍ਰੋਨ ਕੱਢਨੇ। ਠੀਕ ਹੈ, ਗਿਵਨ ਡੈਂਸਿਟੀ ਆਫ ਵਾਟਰ।
ਉਹਦੇ ਕੁਐਸਚਨ ਦੀ ਸਟੇਟਮੈਂਟ ਥੋੜੀ ਜਿਹੀ ਧਿਆਨ ਨਾਲ ਇੱਕ ਵਾਰੀ ਸਮਝ ਲਿਓ। ਮੈਨੂੰ ਕਿਹਾ ਕੀ ਉਹਨੇ ਕੁਐਸਚਨ 'ਚ, ਉਹਨੇ ਕਿਹਾ ਮੇਰੇ ਕੋਲ ਇੱਕ ਡ੍ਰੌਪਲੇਟ ਹੈਗਾ, ਠੀਕ ਹੈ, ਜਿਹਦਾ ਰੇਡੀਅਸ ਮੈਨੂੰ ਦੱਸ ਦਿੱਤਾ, ਠੀਕ ਹੈ। ਇਸ ਡ੍ਰੌਪਲੇਟ ਦੀ ਮੇਰੇ ਕੋਲ ਐਸਐਚ ਉਹਨੇ ਨਾਲ ਕਿਹਾ ਡ੍ਰੌਪਲੇਟ ਵਾਟਰ ਦਾ, ਇਸ ਲਈ ਉਹਨੇ ਲਾਸਟ ਵਾਟਰ ਦੀ ਡੈਂਸਿਟੀ ਦੱਸ ਦਿੱਤੀ। ਉਹ ਕਹਿੰਦਾ ਇਹ ਡ੍ਰੌਪਲੇਟ ਜਿਹੜਾ ਹਵਾ ਦੇ ਵਿੱਚ ਸਟੇਸ਼ਨਰੀ ਆ। ਮੈਂ ਇੱਕ ਚੀਜ਼ ਸਿਖਾਈ ਸੀ ਇੱਕ ਨੂਮੈਰੀਕਲ ਦੇ ਅੰਦਰ, ਆਹ ਚੀਜ਼ ਜਿਹੜੀ ਆਪਣੇ weight ਦੇ ਕਰਕੇ ਥੱਲੇ ਡਿੱਗਣੀ ਆ, ਜੇ ਇਹ ਹਵਾ 'ਚ ਰੁਕ ਗਈ ਤੇ ਇਹਦਾ ਮਤਲਬ ਆ ਜਿੰਨੀ ਫੋਰਸ ਇਹ ਥੱਲੇ ਨੂੰ ਲਾਉਂਦੀ ਹੋਏਗੀ, ਕੋਈ ਨਾ ਕੋਈ ਦੂਜੀ ਫੋਰਸ ਉਹਨੀ ਉੱਪਰ ਨੂੰ ਵੀ ਲੱਗਦੀ ਹੋਏਗੀ, ਦੋਨੋਂ ਬੈਲੈਂਸ ਹੋਈਆਂ ਹੋਣਗੀਆਂ ਤਦ ਇਹ ਬਾਡੀ ਹਵਾ 'ਚ ਰੁਕੀ ਹੈ। क्या ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. ਡ੍ਰੌਪਲੇਟ ਸਟੇਸ਼ਨਰੀ ਹੋਇਆ ਅੰਡਰ ਦਾ ਇਨਫਲੂਐਂਸ ਆਫ ਇਲੈਕਟ੍ਰਿਕ ਫੀਲਡ। ਇਹਦਾ ਮਤਲਬ ਤੁਸੀਂ ਇਲੈਕਟ੍ਰਿਕ ਫੀਲਡ ਲਗਾ ਕੇ ਇਹਨੂੰ ਸਟੇਸ਼ਨਰੀ ਕੀਤਾ, ਇਹਦਾ ਮਤਲਬ ਇੱਕ ਫੋਰਸ ਇਹਦੇ weight ਕਰਕੇ ਬਣੇਗੀ, ਠੀਕ ਹੈ, ਜਿਹਦੇ ਕਰਕੇ ਥੱਲੇ ਜਾਣਾ ਸੀ ਨੇ, ਇੱਕ ਫੋਰਸ ਇਲੈਕਟ੍ਰਿਕ ਫੀਲਡ ਉੱਪਰ ਨੂੰ ਲਾਏਗਾ। ਜਦੋਂ ਇਹ ਦੋਨੋਂ ਫੋਰਸਸ ਇੱਕ ਦੂਜੇ ਨਾਲ ਬੈਲੈਂਸ ਹੋਣਗੀਆਂ ਹਨਾ, ਉਦੋਂ ਇਹ ਡ੍ਰੌਪ ਸਟੇਸ਼ਨਰੀ ਹੋਏਗਾ। ਆਹ ਲਾਈਨ ਤੁਹਾਡੇ ਦਿਮਾਗ 'ਚ ਆਣੀ ਚਾਹੀਦੀ ਜੇ ਆਪਾਂ ਨੂਮੈਰੀਕਲ ਅਟੈਂਪਟ ਕਰਨਾ। ਕੀ ਗੱਲ ਸਮਝ ਲੱਗੀ? Yes, sir. तो इस न्यूमेरिकल के अंदर जे चलिए जे आ मेरे को ड्रॉपलेट गिवन आ, ठीक है, ਉਹਨੇ ਕਿਹਾ ਇੱਕ ਵਰਡ ਹੋਰ ਹੈ ਜਿਹੜਾ ਸਮਝਣ ਵਾਲਾ, ਹਾਊ ਮੈਨੀ ਐਕਸੈਸ ਇਲੈਕਟ੍ਰੋਨ ਡਸ ਇਟ ਕੈਰੀ। ਇਹਦੇ ਤੇ ਕਿੰਨੇ ਇਲੈਕਟ੍ਰੋਨ ਦਾ ਕਹਿੰਦਾ ਜੀ ਐਕਸੈਸ ਚਾਰਜ ਆ, ਤੇ ਇਲੈਕਟ੍ਰੋਨ ਦਾ ਚਾਰਜ ਕਿਹੜਾ ਹੁੰਦਾ? 1.6 into 10 raised to power minus 9. Negative. Negative. ਨੈਗੇਟਿਵ। ਇਹਦਾ ਮਤਲਬ ਤੁਹਾਡਾ ਡ੍ਰੌਪਲੇਟ ਜਿਹੜਾ ਵਾ ਉਹ ਨੈਗੇਟਿਵਲੀ ਚਾਰਜ ਆ। ਇਹ ਮੈਨੂੰ ਲਾਈਨ ਦੀ ਕਿਉਂ ਲੋੜ ਆ? ਮੈਨੂੰ ਇਲੈਕਟ੍ਰਿਕ ਫੀਲਡ ਦੀਆਂ ਪਲੇਟਾਂ ਸੋਚਣੀਆਂ ਪੈਣੀਆਂ, ਉੱਪਰ ਕਿਹੜੀ ਰੱਖਣੀ ਤੇ ਥੱਲੇ ਕਿਹੜੀ ਰੱਖਣੀ ਹੈ, ਠੀਕ ਹੈ। ਉਹਨੇ ਕਿਹਾ ਡ੍ਰੌਪਲੇਟ ਦੇ ਉੱਤੇ ਨੈਗੇਟਿਵ ਚਾਰਜ ਆ, ਕਿੰਨਾ ਚਾਰਜ ਆ ਨਹੀਂ ਪਤਾ, ਪਰ ਜੇ ਇਹ ਨੈਗੇਟਿਵ ਚਾਰਜ ਡ੍ਰੌਪਲੇਟ ਨੂੰ ਮੈਂ ਥੱਲੇ ਡਿੱਗਣ ਤੋਂ ਰੋਕਣਾ ਵਾ ਤੇ ਥੱਲੇ ਵੀ ਮੈਂ ਨੈਗੇਟਿਵ ਪਲੇਟ ਲਾਵਾਂਗਾ। ਬੈਟਰੀ ਦੇ ਥੱਲੇ ਨੈਗੇਟਿਵ ਪਲੇਟ ਆਏਗੀ, ਬੈਟਰੀ ਦੇ ਉੱਪਰ ਮੇਰੇ ਕੋਲ ਪੋਜ਼ਿਟਿਵ ਪਲੇਟ ਹੋਏਗੀ। ਪੋਜ਼ਿਟਿਵ ਇਹਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰੂ, ਨੈਗੇਟਿਵ ਇਹਨੂੰ ਰਿਪੈਲ ਕਰੇਗੀ। ਇਹਨਾਂ ਦੋਨਾਂ ਕੰਡੀਸ਼ਨਾਂ 'ਚ ਫੋਰਸ ਉੱਪਰ ਨੂੰ ਲੱਗੇਗੀ ਤੇ ਇਹਨੇ ਆਪਣੇ weight ਦੇ ਕਰਕੇ ਜਿਹੜੀ ਫੋਰਸ ਲਾਈ ਆ ਉਹ ਮੇਰੇ ਕੋਲ ਥੱਲੇ ਹੋਏਗੀ। ਇਹਦਾ ਮਤਲਬ weight ਦੀ ਫੋਰਸ ਥੱਲੇ ਆ ਜਾਏਗੀ ਤੇ ਇਲੈਕਟ੍ਰਿਕ ਫੋਰਸ ਜਿਹੜੀ ਆ F equal to QE ਇਹ ਉੱਪਰ ਨੂੰ ਲੱਗੂ। ਕੀ ਆ ਗੱਲ ਸਮਝ ਆਈ? Yes, sir. Yes, sir. So ਇੱਥੇ ਕੰਡੀਸ਼ਨ ਇਹ ਆ ਗਈ, if drop is stationary then F equal to mg ਤੇ F equal to QE ਇਹ ਦੋਨੋਂ ਇਕੁਅਲ ਆ, ਯਾਨੀ ਇਹ ਦੋ ਫੋਰਸਿਸ ਨੂੰ ਆਪਾਂ ਇਕੁਏਟ ਕਰਾਂਗੇ। ਹੁਣ ਇਹਦੇ ਵਿੱਚ ਜੇ ਗੱਲ ਕਰੀਏ ਆਪਣੇ ਕੁਐਸਚਨ 'ਚ ਮਾਸ ਆਫ ਡ੍ਰੌਪਲੇਟ ਨਹੀਂ ਦੱਸਿਆ ਹੋਇਆ, ਆਪਾਂ ਨੂੰ ਮਾਸ ਦੀ ਥਾਂ ਤੇ ਡ੍ਰੌਪਲੇਟ ਦਾ ਰੇਡੀਅਸ ਦੱਸਿਆ ਤੇ ਇੱਕ ਡੈਂਸਿਟੀ ਦੱਸੀ। ਉਹ ਤੇ ਡ੍ਰੌਪਲੇਟ ਕਿਹੜੀ ਸ਼ੇਪ ਹੁੰਦਾ? spherical, Spherical. Spherical. ਡ੍ਰੌਪਲੇਟ ਮੇਰਾ ਸਫੀਅਰ ਆ ਤੇ ਮਾਸ ਨੂੰ ਅਸੀਂ ਵੋਲੀਅਮ ਇਨਟੂ ਡੈਂਸਿਟੀ ਲਿਖ ਸਕਦੇ ਹਾਂ। Yes, sir. yes sir, Yes, sir. ਤੇ ਮਾਸ ਦੀ ਥਾਂ ਤੇ देयरफॉर ਮੇਰੇ ਕੋਲ ਕੀ ਆ ਗਿਆ? ਵੋਲੀਅਮ ਆਫ ਡ੍ਰੌਪ ਇਨਟੂ ਡੈਂਸਿਟੀ ਇਨਟੂ g ਇਕੁਅਲ ਟੂ QE, ਠੀਕ ਹੈ। ਅੱਗੇ ਵੋਲੀਅਮ ਜਿਹੜਾ ਵਾ ਸਫੀਅਰ ਆ, ਸਫੀਅਰ ਦਾ ਵੋਲੀਅਮ ਆ ਗਿਆ 4/3 ਪਾਈ r ਕਿਊਬ ਇਨਟੂ ਰੋ ਇਨਟੂ g। ਅਗਲੀ ਇੱਕ ਚੀਜ਼ ਸਮਝਿਓ ਧਿਆਨ ਨਾਲ, ਮੈਨੂੰ ਉਹਨੇ q ਕੱਢਣ ਨੂੰ ਨਹੀਂ ਕਿਹਾ, ਮੈਨੂੰ ਕਿਹੜੇ ਚੀਜ਼ ਉਹਨੇ ਕੱਢਣ ਨੂੰ ਕਹੀ? ਹਾਊ ਮੈਨੀ ਐਕਸੈਸ ਇਲੈਕਟ੍ਰੋਨ, ਇਲੈਕਟ੍ਰੋਨ ਦੀ ਗਿਣਤੀ ਕੱਢਣੀ ਆ, n ਕੱਢਣਾ ਵਾ। ਤੇ ਇੱਕ ਇਲੈਕਟ੍ਰੋਨ ਜਦੋਂ ਕਿਸੇ ਬਾਡੀ ਤੋਂ ਨਿਕਲਦਾ ਹੋਇਆ ਜਾਂ ਹੈਗਾ ਵਾ ਹੈਨਾ, ਇਦਾਂ ਦੇ ਕਿੰਨੇ ਇਲੈਕਟ੍ਰੋਨ ਉਹਦੇ ਉੱਤੇ ਆ, ਤੇ ਆਪਾਂ ਅੱਗਿਓਂ q ਨੂੰ ne ਲਿਖ ਸਕਦੇ ਆ। Yes, Yes, sir. sir. ਆ ਜਿਹੜਾ q ਆ ਇਹਦਾ ਫਾਰਮੂਲਾ ਸੀ ne ਪੜ੍ਹਦੇ ਆ ਜੀ। Yes, Yes, sir. sir. Yes, sir. q ਦੀ ਥਾਂ ਤੇ ne ਲਿਖ ਦਿਓ ਇਨਟੂ ਇਲੈਕਟ੍ਰਿਕ ਫੀਲਡ ਆ ਗਿਆ, ਜੋ ਕੁਐਸਚਨ ਚ ਲੱਗਦਾ ਉਹ ਆ n ਆ ਬੇਟਾ। ਇਹਦਾ ਮਤਲਬ ਤੋਂ n ਦਾ ਫਾਰਮੂਲਾ ਬਣਾ ਦਿਓ, n ਦਾ ਫਾਰਮੂਲਾ ਬਣ ਗਿਆ 4/3 ਪਾਈ r ਕਿਊਬ ਇਨਟੂ ਰੋ ਇਨਟੂ g ਓਵਰ e ਇਨਟੂ ਇਲੈਕਟ੍ਰਿਕ ਫੀਲਡ। ਇਸ ਫਾਰਮੂਲੇ ਦੇ ਸਾਰੇ ਵੇਰੀਏਬਲ ਚੈੱਕ ਕਰੋ। 4/3 ਦੀ ਵੈਲਿਊ ਪਤਾ ਵਾ, ਪਾਈ ਵੀ ਕਾਂਸਟੈਂਟ ਆ, ਰੇਡੀਅਸ ਕੁਐਸਚਨ ਚ ਦੱਸਿਆ, ਡੈਂਸਿਟੀ ਵੀ ਦੱਸੀ ਆ, g ਦੀ ਵੈਲਿਊ ਪਤਾ ਵਾ, ਚਾਰਜ ਆਫ ਇਲੈਕਟ੍ਰੋਨ ਨੋਨ ਆ, ਇਲੈਕਟ੍ਰਿਕ ਫੀਲਡ ਦੱਸਿਆ ਹੋਇਆ। ਆ ਸਾਰੇ ਵੇਰੀਏਬਲ ਪੁੱਟ ਆਊਟ ਕਰ ਦਈਏ ਤੇ ਨੰਬਰ ਆਫ ਐਕਸੈਸ ਇਲੈਕਟ੍ਰੋਨ ਆ ਜਾਊ। ਕੀ ਕਲੀਅਰ ਆ? Yes, sir. ਨੈਕਸਟ ਨਿਊਮੈਰੀਕਲ ਹੈਗਾ 34th ਤੇ 35th ਪੁੱਤ ਦੋਨੋਂ ਹੀ ਇੱਕੋ ਜਿਹੇ ਹੀ ਪੈਟਰਨ ਦੇ ਨਿਊਮੈਰੀਕਲ ਆ।
ठीक है, इसलिए एक ਨੂੰ ਧਿਆਨ ਨਾਲ ਸਮਝ ਲਿਓ। 34 ਦੇ ਅੰਦਰ ਉਹਨੇ ਕੀ ਕਿਹਾ, a particle of mass m and charge q is thrown at a speed u against uniform electric field। मतलब ਕਿਸੇ ਥਾਂ ਤੇ ਤੁਸੀਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ, ਉਹਦੇ ਅਗੇਂਸਟ ਤੁਸੀਂ ਇੱਕ ਚਾਰਜ ਜਿਹੜਾ ਵਾ, ਇੱਕ ਪਾਰਟੀਕਲ ਜਿਹੜਾ ਵਾ ਜਿਹਦਾ ਕੁਝ ਮਾਸ ਹੋਏਗਾ, ਜਿਹਦਾ ਕੁਝ ਚਾਰਜ ਹੋਏਗਾ, ਉਹਨੂੰ ਥਰੋ ਕੀਤਾ ਵਾ। ਠੀਕ ਹੈ, ਉਹਨੇ ਕਿਹਾ how much distance will it travel before coming to momentary rest। ਕੁਝ ਦੇਰ ਵਾਸਤੇ ਉਹਦੇ ਰੈਸਟ ਵਿੱਚ ਆਉਣ ਤੋਂ ਪਹਿਲਾਂ ਉਹਨੇ ਕਿੰਨਾ ਡਿਸਟੈਂਸ ਕਵਰ ਕੀਤਾ। ਇਹਦੀ ਫਿਗਰ ਸਮਝਣ ਦੀ ਕੋਸ਼ਿਸ਼ ਕਰਿਓ ਜੋ ਦੱਸਣ ਲੱਗਿਆ। ਆਪਣੇ ਕੋਲ ਨੇ ਕੁਐਸਚਨ ਇਹ ਕਿਹਾ ਕਿ ਆ ਇੱਕ ਪਾਰਟੀਕਲ ਹੈਗਾ, ਇਸ ਪਾਰਟੀਕਲ ਦਾ ਕੁਝ ਮਾਸ ਗਿਵਨ ਹੈ, m ਇਹਦਾ ਮਾਸ ਹੈ, ਠੀਕ ਹੈ ਜੀ, ਔਰ ਇਹਦੇ ਉੱਪਰ ਚਾਰਜ ਦੀ ਅਮਾਉਂਟ ਗਿਵਨ ਹੈ। ਉਹਨੇ ਕਿਹਾ ਜਿਹਦੇ ਉੱਤੇ q ਕੂਲਮ ਚਾਰਜ ਹੈ, ਤੇ ਚਾਰਜ ਦੀ ਜਦੋਂ ਨੇਚਰ ਨਾ ਦੱਸੀ ਹੋਵੇ, ਇਹਦਾ ਮਤਲਬ ਪੋਜ਼ਿਟਿਵ ਚਾਰਜ ਹੈ। ਇਸ ਪੋਜ਼ਿਟਿਵ ਚਾਰਜ ਸਫੀਅਰ ਨੂੰ ਮੈਂ ਥਰੋ ਕੀਤਾ, ਠੀਕ ਹੈ, ਜਦੋਂ ਇਹਨੂੰ ਮੈਂ ਥਰੋ ਕੀਤਾ ਤੇ ਇਹਨੂੰ ਮੈਂ u ਸਪੀਡ ਨਾਲ ਇਹਨੂੰ ਮੈਂ ਆਪਣੇ ਹੱਥੋਂ ਥਰੋ ਕੀਤਾ, यानी आ पेन मेरा m मास दा वा, ਇਹਦੇ ਤੇ q ਕੂਲਮ ਚਾਰਜ ਆ, ਇਹਨੂੰ ਮੈਂ u ਸਪੀਡ ਦੇ ਨਾਲ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਥਰੋ ਕੀਤਾ। ਇਲੈਕਟ੍ਰਿਕ ਫੀਲਡ ਕਿਧਰੋਂ ਕਿੱਧਰ ਨੂੰ ਹੁੰਦਾ, ਪੋਜ਼ਿਟਿਵ ਟੂ ਨੈਗੇਟਿਵ। ਇਹਦਾ ਮਤਲਬ ਇਹ ਹੋਇਆ ਕਿ ਜੇ ਮੈਂ ਆ ਚੀਜ਼ ਕਹਾਂ, ਇਦਾਂ ਪਲੇਟ ਦੋ ਬਣਾ ਦਵਾਂ, ਇੱਧਰ ਮੈਂ ਪੋਜ਼ਿਟਿਵ ਮੰਨ ਲਵਾਂ, ਇੱਧਰ ਮੈਂ ਨੈਗੇਟਿਵ ਮੰਨ ਲਵਾਂ, क्या मैं सही ਕੀਤਾ? नो सर, ਗਲਤ ਕੀਤਾ। एक गलती आ, इलेक्ट्रिक फील्ड किधरों किधर ਨੂੰ ਆ, पॉजिटिव टू नेगेटिव। Positive to negative. ਇਲੈਕਟ੍ਰਿਕ ਫੀਲਡ ਵੀ ਇਸੇ ਪਾਸੇ ਨੂੰ ਮੈਂ ਲਾ ਲਿਆ ਤੇ ਮੈਂ ਚਾਰਜ ਵੀ ਇਸੇ ਪਾਸੇ ਨੂੰ ਥਰੋ ਕੀਤਾ। ਮੈਨੂੰ ਨੇ ਕੁਐਸਚਨ ਕੀ ਕਿਹਾ, ਮੈਨੂੰ ਨੇ ਕਿਹਾ Opposite। ਇਲੈਕਟ੍ਰਿਕ ਫੀਲਡ Opposite throw करना। ਇਹਦਾ ਮਤਲਬ ਇਧਰਲੀ ਪਲੇਟ ਪੋਜ਼ਿਟਿਵ ਔਰ ਇਧਰਲੀ ਪਲੇਟ ਮੇਰੀ ਕੀ ਆ, ਨੈਗੇਟਿਵ। ਕਿੰਨੀ ਗੱਲ ਸਮਝ ਲੱਗੀ? Yes sir। ਕਿੰਨਾ ਕਲੀਅਰ ਆ? Yes, sir. Yes sir। यार सोच तो ना पाऊंगा, ठीक है ना पूरे। Yes, sir. ਇਹਦਾ ਮਤਲਬ ਹੋ ਗਿਆ ਜਦੋਂ ਮੈਂ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਬੱਚੇ ਥਰੋ ਕਰੂੰਗਾ, ਉਹ ਕਹਿੰਦਾ ਜੀ ਇਹਨੇ ਕੁਝ ਡਿਸਟੈਂਸ ਟਰੈਵਲ ਕਰਕੇ ਰੁਕ ਜਾਣਾ। ਕਿਉਂ ਰੁਕ ਜਾਣਾ? ਆ ਨੈਗੇਟਿਵ ਪਲੇਟ ਜਿਹੜਾ ਮੇਰੇ ਕੋਲ ਚਾਰਜ ਪਾਰਟੀਕਲ ਆ, ਇਹ ਪਲੱਸ ਵਾਲਾ ਚਾਰਜ ਆ, ਨੈਗੇਟਿਵ ਚਾਰਜ ਇਸ ਚਾਰਜ ਨੂੰ ਕੀ ਕਰੂਗਾ, Track. Attract। Track. ਪੋਜ਼ਿਟਿਵ ਚਾਰਜ ਇਹਨੂੰ ਕੀ ਕਰੂਗਾ। Repel। Repel. ਇਹਨਾਂ ਦੋਨਾਂ ਕਾਰਨ, Repel. ਇਹਨਾਂ ਦੋਨਾਂ ਰੀਜ਼ਨ ਦੇ ਕਰਕੇ ਜੇ ਸੋਚੋ, ਜਦੋਂ ਆ ਪਾਰਟੀਕਲ ਇੱਧਰ ਜਾਣਾ ਚਾਹਤਾ ਹੈ ਨਾ, ਆ ਪਿਛਲਾ ਉਹਨੂੰ ਖਿੱਚਦਾ ਪਿਆ, ਅਗਲਾ ਉਹਨੂੰ ਪਿੱਛੇ ਨੂੰ ਧੱਕਾ ਮਾਰਦਾ ਪਿਆ, ਇਹਦਾ ਮਤਲਬ ਇਹ ਐਸ ਸੱਚ ਇਸ ਦੀ ਮੋਸ਼ਨ ਨੂੰ ਘਟਾਉਂਦਾ ਪਿਆ। Yes, sir. Yes sir। ਇਹਦਾ ਸੋਚ ਲਓ, ਪੋਜ਼ਿਟਿਵ ਪਲੇਟ ਜਿਹੜੀ ਆ ਇਸ ਚਾਰਜ ਨੂੰ ਇੱਧਰ ਭੇਜਣਾ ਚਾਹ ਰਹੀ ਆ, ਤੇ ਨੈਗੇਟਿਵ ਪਲੇਟ ਵੀ ਇਸ ਚਾਰਜ ਨੂੰ ਇੱਧਰ ਹੀ ਖਿੱਚਣਾ ਚਾਹ ਰਹੀ ਆ, ਤੇ ਇਹ ਉਹਦੇ ਅਗੇਂਸਟ ਅੱਗੇ ਜਾਣਾ ਚਾਹ ਰਿਹਾ। ਤੇ ਇਹਦਾ ਮਤਲਬ ਆ ਜਿੰਨੀ ਕਿ ਇਹਦੇ ਕੋਲ એનર્ਜੀ ਹੋਏਗੀ, ਉਸ એનર્ਜੀ ਨੇ ਕੁਝ ਡਿਸਟੈਂਸ ਅੱਗੇ ਚੱਲਣੀ। ਠੀਕ ਹੈ, ਮੈਨੂੰ ਦੋ ਬੰਦੇ ਆ, ਇੱਕ ਅੱਗੇ ਮੇਰੇ ਖੜਾ, ਠੀਕ ਹੈ, ਉਹ ਮੈਨੂੰ ਪਿੱਛੇ ਨੂੰ ਧੱਕਾ ਮਾਰਦਾ ਪਿਆ, ਜਿਹੜਾ ਪਿੱਛੇ ਆ ਉਹ ਵੀ ਪਿੱਛੇ ਨੂੰ ਖਿੱਚਦਾ ਪਿਆ, ਤੇ ਮੈਂ ਅੱਗੇ ਨੂੰ ਵੱਧ ਰਿਹਾ। ਤੇ ਜਿੰਨਾ ਕਿ ਮੇਰੇ ਚ ਜ਼ੋਰ ਹੋਏਗਾ, ਜਿੰਨੀ ਕਿ ਮੇਰੇ ਚ એનર્ਜੀ ਹੋਏਗੀ, ਉਹਨਾਂ ਕਿ ਮੈਂ ਅੱਗੇ ਜਾ ਪਾਉਂਗਾ। Yes, sir. Yes, sir. ਇਹ ਚੀਜ਼ ਹੋਗੀ, ਇਹਦਾ ਮਤਲਬ ਇਹ ਚੀਜ਼ ਹੋਗੀ ਕਿ ਇਸ ਇਲੈਕਟ੍ਰਿਕ ਫੀਲਡ ਦੇ ਅਗੇਂਸਟ ਜਦੋਂ ਚਾਰਜ ਨੇ ਅੱਗੇ ਚੱਲਣਾ, ਇਹਨੇ ਆਪਣੇ ਕੋਲ ਜਿੰਨੀ ਕਿ ਇਹਦੇ ਕੋਲ ਕਿਨੈਟਿਕ એનર્ਜੀ ਆ, ਇਹਨੇ ਆਪਣੀ ਉਹ ਕਿਨੈਟਿਕ એનર્ਜੀ ਯੂਜ਼ ਕਰਨੀ ਆ, ਤੇ ਇਲੈਕਟ੍ਰਿਕ ਫੋਰਸ ਦੇ ਅਗੇਂਸਟ ਇਹਨੇ ਵਰਕ ਕਰਨਾ। ਜੋ ਕੁਐਸਚਨ ਚ ਤੁਹਾਨੂੰ ਸਮਝ ਆਉਣਾ ਚਾਹੀਦਾ ਇਹਨੂੰ ਅਟੈਂਪਟ ਕਰਨ ਵਾਸਤੇ, ਮੰਨ ਲਓ ਇਹ ਚਾਰਜ ਪਾਰਟੀਕਲ ਇਸ ਪੋਜੀਸ਼ਨ ਤੋਂ ਤੁਰਿਆ, ਇੱਥੇ ਤੱਕ ਪਹੁੰਚ ਪਾਇਆ, ਆ ਪੁਆਇੰਟ ਤੱਕ, ਠੀਕ ਹੈ, ਇਹਦਾ ਮਤਲਬ ਇਹਨੇ ਆ s ਡਿਸਟੈਂਸ ਕਵਰ ਕੀਤਾ। ਇਹਨੇ s ਡਿਸਟੈਂਸ ਕਵਰ ਕਰਨ ਲਈ ਜਿੰਨਾ ਵਰਕ ਕੀਤਾ ਅਗੇਂਸਟ ਦਾ ਫੀਲਡ, ਹਨਾ, ਤੁਸੀਂ ਉਹ ਵਰਕ ਨੂੰ ਜਿੰਨੀ ਇਲੈਕਟ੍ਰੋਨ ਜਾਂ ਇਸ ਚਾਰਜ ਪਾਰਟੀਕਲ ਕੋ એનર્ਜੀ ਹੋਏਗੀ, ਉਹਨਾਂ ਸਾਨੂੰ ਇਕੁਏਟ ਕਰਨਾ ਪਏਗਾ। ਜਿਹੜੀ ਚੀਜ਼ ਦੱਸਣੀ ਚਾਹ ਰਿਹਾ, ਆ ਪੈਨ ਇੱਥੇ ਪਿਆ ਵਾ, ਮੈਂ ਪੈਨ ਉੱਪਰ ਚੁੱਕਣਾ ਚਾਹ ਰਿਹਾ, ਮੈਂ s ਮੀਟਰ ਪੈਨ ਉੱਪਰ ਚੁੱਕਿਆ ਵਾ, ਪਰ ਜਦੋਂ ਮੈਂ ਉੱਪਰ ਚੁੱਕਿਆ, ਗ੍ਰੈਵਿਟੀ ਦੇ ਅਗੇਂਸਟ ਮੈਨੂੰ ਵਰਕ ਕਰਨਾ ਪਿਆ। Yes, sir. ਮੈਂ ਵਰਕ ਕੀਤਾ ਵਾ, ਉਹ ਵਰਕ ਫੋਰਸ ਇਨਟੂ ਡਿਸਟੈਂਸ ਹੋ ਗਿਆ, ਤੇ ਦੂਜੇ ਪਾਸੇ ਉਹ ਇਸ ਪੈਨ ਦੇ ਅੰਦਰ ਪੋਟੈਂਸ਼ੀਅਲ એનર્ਜੀ ਬਣ ਕੇ ਸਟੋਰ ਹੋ ਗਿਆ। ਇਦਾਂ ਹੀ ਜਿਵੇਂ ਪੈਨ ਨੂੰ ਇੱਥੋਂ ਥਰੋ ਕਰਾਂ, ਫ੍ਰਿਕਸ਼ਨ ਦੇ ਅਗੇਂਸਟ ਇਹ ਜਦੋਂ ਅੱਗੇ ਨੂੰ ਤੁਰਿਆ,
ਤੇ ਇਹਨੂੰ ਫ੍ਰਿਕਸ਼ਨ ਦੇ ਅਗੇਂਸਟ ਆਪਣੀ kinetic એનર્ਜੀ ਕੰਜ਼ਿਊਮ ਕਰਨੀ ਪਊ। Yes, sir. Yes, sir. ਜਿਹੜੀ ਇੱਕ ਲਾਈਨ ਇਸ ਨਿਊਮੈਰੀਕਲ ਨੂੰ ਅਟੈਂਪਟ ਕਰਨ ਲੱਗੇ ਆਣੀ ਚਾਹੀਦੀ ਉਹ ਆ ਹੋਏਗੀ according to work energy theorem, according to work energy theorem, work done equal to change in kinetic energy। ਕਿਉਂਕਿ ਪਾਰਟੀਕਲ ਦੇ ਵਿੱਚ ਸਪੀਡ ਆ ਔਰ ਜਦੋਂ ਉਹ ਇੱਥੇ ਤੱਕ ਜਾ ਕੇ ਰੁਕ ਗਿਆ ਇਹਦਾ ਮਤਲਬ ਉਹਦੀ ਸਪੀਡ ਖਤਮ ਹੋ ਗਈ ਤੇ ਸਪੀਡ ਖਤਮ ਹੋਣ ਦਾ ਮਤਲਬ ਉਹਦੀ kinetic એનર્ਜੀ ਖਤਮ ਹੋ ਗਈ। ਠੀਕ ਹੈ, ਜਿੰਨਾ ਵਰਕ ਵਾ therefore ਵਰਕ ਨੂੰ ਲਿਖ ਦਾਂਗੇ ਫੋਰਸ ਇਨਟੂ ਡਿਸਟੈਂਸ, ਵਰਕ ਨੂੰ ਲਿਖ ਦਾਂਗੇ ਫੋਰਸ ਇਨਟੂ ਡਿਸਟੈਂਸ। ਇਧਰ ਇਨੀਸ਼ੀਅਲ kinetic એનર્ਜੀ ਹਾਫ mu ਸਕੁਅਰ ਆ, ਫਾਈਨਲ kinetic એનર્ਜੀ 0 ਆ ਗੱਲ ਸਮਝ ਆਈ? Yes, sir. ਪਰ ਆਪਣੇ ਕੁਐਸਚਨ ਦੇ ਵਿੱਚ ਇਲੈਕਟ੍ਰਿਕ ਫੀਲਡ ਦੀ ਫੋਰਸ ਦੀ ਨਹੀਂ, ਇਹਦਾ ਮਤਲਬ F ਨੂੰ ਇਲੈਕਟ੍ਰਿਕ ਫੀਲਡ ਦੀ ਫਾਰਮ ਚ ਲਿਖ ਦੋ, ਬਟ F ਇਕੁਅਲ ਟੂ ਹੁੰਦਾ QE। therefore ਆਪਣਾ ਫਾਰਮੂਲਾ ਬਣ ਗਿਆ QE into S equal to half mu square। ਠੀਕ ਹੈ, ਤੇ ਇਹ ਤੋਂ ਡਿਸਟੈਂਸ ਕੱਢਣਾ ਵਾ, S ਦਾ ਫਾਰਮੂਲਾ ਬਣਾ ਦੋ, ਉਹ ਬਣ ਗਿਆ ਜੀ half mu square over Q into E। ਆ ਮੇਰੇ ਕੋਲ ਡਿਸਟੈਂਸ ਦਾ ਜਿਹੜਾ ਵਾ ਫਾਰਮੂਲਾ ਉਹ ਡਿਵੈਲਪ ਹੋ ਜਾਏਗਾ। ਮਾਸ ਚਾਹੀਦਾ, ਇਹਦਾ ਕੁਐਸਚਨ ਚ m ਮਾਸ ਆ ਉਹ ਯੂਜ਼ ਕਰਾਂਗੇ, ਸਪੀਡ ਉਹਦੀ u ਗਿਵਨ ਆ, ਇਲੈਕਟ੍ਰਿਕ ਫੀਲਡ ਗਿਵਨ ਆ ਸਾਰੇ ਵੇਰੀਏਬਲ ਦੀ ਜੇ ਕੋਈ ਵੈਲਿਊ ਦਿੱਤੀ ਹੋਏਗੀ ਉਹ ਕਰ ਦਾਂਗੇ ਤੇ ਡਿਸਟੈਂਸ ਆ ਜਾਏ। ਕੀ ਆ ਨਿਊਮੈਰੀਕਲ ਕਲੀਅਰ? Yes, sir. ਜਿਹੜਾ ਲਾਸਟ 35 ਆ ਜੀ ਸੇਮ ਇਸੇ ਪੈਟਰਨ ਦਾ ਕੁਐਸਚਨ ਆ ਉਹ ਤੁਸੀਂ ਅਟੈਂਪਟ ਕਰੋਗੇ। ਠੀਕ ਹੈ।